मैं एक अनाथ आश्रम 'ਚ ਕੰਮ ਕਰਦੀ ਸੀ। ਉੱਥੇ ਮੇਰੀ ਇੱਕ ਲੜਕੀ ਨਾਲ ਦੋਸਤੀ ਹੋ ਗਈ। ਉਹ ਮੈਨੂੰ ਰੋਜ਼ ਆਖਦੀ ਕਿ ਤੁਸੀਂ ਮੇਰੀ ਥਾਂ ਤੇ ਸੋ ਜਾਓ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਉਸ ਦਾ ਬਿਸਤਰਾ ਪਸੰਦ ਨਹੀਂ। ਮੈਂ ਉਸ ਦਾ ਬਿਸਤਰਾ ਬਦਲਵਾ ਦਿੱਤਾ, ਪਰ ਉਸਨੇ ਮੈਨੂੰ ਦੂਜੇ ਦਿਨ ਫਿਰ ਇਹੀ ਗੱਲ ਆਖੀ। ਇਸ ਵਾਰ ਮੈਂ ਉਸ ਦੀ ਗੱਲ ਮੰਨ ਲਈ ਤੇ ਮੈਂ ਉਸ ਦੀ ਥਾਂ ਤੇ ਸੋ ਗਈ। ਮੈਨੂੰ ਸੁੱਤੇ ਅਜੇ ਕੁਝ ਸਮਾਂ ਹੀ ਹੋਇਆ ਸੀ ਕਿ ਅਚਾਨਕ, ਮੇਰਾ ਨਾਂ ਮੰਜੂ ਹੈ ਤੇ ਮੇਰੀ ਉਮਰ 35 ਸਾਲ ਹੈ। ਮੈਂ ਆਪਣੇ ਘਰ 'ਚ ਆਪਣੀ ਮਾਂ ਨਾਲ ਰਹਿੰਦੀ ਸੀ। ਸਾਡਾ ਦੋਵਾਂ ਦਾ ਇੱਕ ਦੂਜੇ ਤੋਂ ਬਿਨਾਂ ਇਸ ਦੁਨੀਆ 'ਚ ਹੋਰ ਕੋਈ ਸਹਾਰਾ ਨਹੀਂ ਸੀ। ਮੇਰੇ ਪਤੀ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਚੁੱਕਾ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੀ ਮਾਂ ਦੇ ਘਰ ਵਾਪਸ ਆ ਗਈ ਸੀ। ਬਚਪਨ 'ਚ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਮਾਂ ਨੇ ਮੈਨੂੰ ਇਕੱਲੀ ਨਹੀਂ ਪਾਲਿਆ। ਮੇਰੇ ਵਿਆਹ ਤੋਂ ਬਾਅਦ ਮੇਰੀ ਮਾਂ ਵੀ ਇਕੱਲੀ ਹੀ ਰਹਿੰਦੀ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ। ਮੇਰੇ ਸਹੁਰੇ ਪਰਿਵਾਰ 'ਚ ਸੱਸ ਸਹੁਰਾ ਤੇ ਇੱਕ ਦਿਓਰ ਸੀ। ਮੇਰੇ ਸੱਸ ਸਹੁਰਾ ਕਦੇ-ਕਦੇ ਮੈਨੂੰ ਮਿਲਣ ਆਉਂਦੇ ਜਾਂਦੇ ਰਹਿੰਦੇ ਸਨ। ਮੇਰੇ ਪਤੀ ਦੇ ਦੇਹਾਂਤ ਤੋਂ ਬਾਅਦ ਮੇਰੇ ਦਿਓਰ ਨੇ ਮੇਰੇ ਨਾਲ ਵਿਆਹ ਕਰਵਾਉਣ ਲਈ ਕਿਹਾ, ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਕਿਉਂਕਿ ਮੈਂ ਹੁਣ ਵਿਆਹ ਹੀ ਨਹੀਂ ਕਰਨਾ ਸੀ ਤੇ ਆਪਣੀ ਮਾਂ ਨਾਲ ਰਹਿਣਾ ਸੀ, ਕਿਉਂਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਸਿਰਫ ਮੇਰੇ ਨਾਲ ਲਾਈ ਸੀ। ਹੁਣ ਮੇਰਾ ਫਰਜ਼ ਸੀ ਕਿ ਮੈਂ ਉਹਨਾਂ ਲਈ ਕੁਝ ਕਰਾਂ। ਮੇਰੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰਦੀ ਸੀ, ਪਰ ਅੱਜ ਕੱਲ੍ਹ ਉਹਨਾਂ ਦੀ ਤਬੀਅਤ ਖਰਾਬ ਰਹਿਣ ਲੱਗੀ ਸੀ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਕੱਪੜੇ ਸਿਉਣੇ ਬੰਦ ਕਰ ਦਿਓ, ਤੁਹਾਡੀ ਤਬੀਅਤ ਠੀਕ ਨਹੀਂ ਰਹਿੰਦੀ। ਮੈਂ ਕੋਈ ਨਾ ਕੋਈ ਕੰਮ ਦੇਖ ਲਵਾਂਗੀ। ਮੈਂ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ। 10ਵੀਂ ਤੋਂ ਬਾਅਦ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੇ ਜਿਉਂਦੇ 'ਚ ਹੀ ਮੇਰਾ ਵਿਆਹ ਕਰ ਦੇਵੇ। ਇਸ ਲਈ 10ਵੀਂ ਤੋਂ ਬਾਅਦ ਹੀ ਮੇਰੀ ਮਾਂ ਨੇ ਚੰਗਾ ਜਿਹਾ ਰਿਸ਼ਤਾ ਦੇਖ ਕੇ ਮੇਰਾ ਵਿਆਹ ਕਰ ਦਿੱਤਾ। ਮੈਨੂੰ ਕਿਸੇ ਸਕੂਲ 'ਚ ਨੌਕਰੀ ਮਿਲਣੀ ਔਖੀ ਸੀ। ਮੈਂ ਆਪਣਾ ਗੁਆਂਢੀਆਂ ਨੂੰ ਆਖ ਰੱਖਿਆ ਸੀ ਕਿ ਕੋਈ ਕੰਮ ਹੋਵੇ ਤਾਂ ਮੈਨੂੰ ਦੱਸਣਾ। ਮੈਂ ਆਪਣੀ ਇੱਕ ਸਹੇਲੀ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਇੱਕ ਅਨਾਥ ਆਸ਼ਰਮ 'ਚ ਇੱਕ ਔਰਤ ਦੀ ਲੋੜ ਹੈ। ਮੈਂ ਉਸ ਤੋਂ ਪੁੱਛਿਆ ਕਿ ਉੱਥੇ ਕੰਮ ਕੀ ਕਰਨਾ ਪਵੇਗਾ, ਤਾਂ ਉਸਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਸ ਨੂੰ ਵੀ ਕਿਸੇ ਨੇ ਇਸ ਨੌਕਰੀ ਬਾਰੇ ਦੱਸਿਆ ਸੀ। ਮੈਂ ਉਸ ਤੋਂ ਪਤਾ ਲਿਆ ਤੇ ਅਗਲੇ ਦਿਨ ਮੈਂ ਅਨਾਥ ਆਸ਼ਰਮ ਚਲੀ ਗਈ। ਮੈਂ ਜਦੋਂ ਉੱਥੇ ਪਹੁੰਚੀ ਤਾਂ ਉਹ ਇੱਕ ਘਰ ਵਾਂਗ ਬਣਿਆ ਹੋਇਆ ਸੀ। ਮੈਂ ਗੇਟ ਰਾਹੀਂ ਅੰਦਰ ਗਈ ਤਾਂ ਉੱਥੇ ਗਰਾਊਂਡ 'ਚ ਬੱਚੇ ਖੇਡ ਰਹੇ ਸਨ। ਉੱਥੇ ਕੁਝ ਬੱਚੇ ਅਪਾਹਿਜ ਵੀ ਸਨ। ਉਹ ਘਰ ਅੰਦਰੋਂ ਕਾਫੀ ਵੱਡਾ ਬਣਿਆ ਹੋਇਆ ਸੀ। ਇਸ 'ਚ ਕਾਫੀ ਕਮਰੇ ਸਨ। ਉੱਥੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿੱਥੇ ਵਾਚਮੈਨ ਰਹਿੰਦਾ ਸੀ। ਮੈਂ ਇੱਕ ਬੱਚੇ ਤੋਂ ਦਫ਼ਤਰ ਦਾ ਪਤਾ ਕੀਤਾ ਤਾਂ ਉਸਨੇ ਸਾਹਮਣੇ ਵੱਲ ਇਸ਼ਾਰਾ ਕੀਤਾ। ਮੈਂ ਉੱਥੇ ਚਲੀ ਗਈ। ਅੰਦਰ ਦੇਖਿਆ ਤਾਂ ਉੱਥੇ ਇੱਕ ਮੈਡਮ ਬੈਠੀ ਸੀ। ਮੈਂ ਉਸ ਨਾਲ ਨੌਕਰੀ ਬਾਰੇ ਗੱਲ ਕੀਤੀ ਤਾਂ ਉਹਨਾਂ ਕੁਝ ਜ਼ਰੂਰੀ ਜਾਣਕਾਰੀ ਲੈ ਕੇ ਮੈਨੂੰ ਦੂਜੇ ਦਿਨ ਤੋਂ ਕੰਮ ਤੇ ਆਉਣ ਲਈ ਕਿਹਾ। ਉਹਨਾਂ ਨਾਲ ਹੀ ਕਿਹਾ ਕਿ ਸਾਡੇ ਇੱਥੇ ਜੋ ਵੀ ਮਹਿਲਾ ਕੰਮ ਕਰਦੀਆਂ ਹਨ ਉਹਨਾਂ ਨੂੰ ਇੱਥੇ ਰੁਕਣਾ ਪੈਂਦਾ ਹੈ, ਸਿਰਫ ਐਤਵਾਰ ਨੂੰ ਹੀ ਆਪਣੇ ਘਰ ਜਾ ਸਕਦੇ ਹਨ। ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਮਾਂ ਦੀ ਚਿੰਤਾ ਸਤਾਈ। ਮੈਂ ਆਪਣੀ ਮਾਂ ਨੂੰ ਘਰੇ ਇਕੱਲਾ ਕਿਵੇਂ ਛੱਡ ਸਕਦੀ ਹਾਂ? ਉਹਨਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਮੈਂ ਮੈਡਮ ਨੂੰ ਕਿਹਾ ਕਿ ਮੈਂ ਰੋਜ਼ ਨਹੀਂ ਆ ਸਕਦੀ ਤਾਂ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਇੱਥੇ ਹਰ ਸਮੇਂ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਉਹਨਾਂ ਕੋਲ ਹਰ ਸਮੇਂ ਕਿਸੇ ਨਾ ਕਿਸੇ ਦਾ ਰਹਿਣਾ ਜ਼ਰੂਰੀ ਹੈ ਤੇ ਉਹਨਾਂ ਨੂੰ ਖਵਾਉਣਾ ਪਿਆਉਣਾ ਤੇ ਖਿਆਲ ਰੱਖਣਾ ਪੈਂਦਾ ਹੈ ਤੇ ਇਹੀ ਤੁਸੀਂ ਕਰਨਾ ਹੈ। ਇਸ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ ਇੱਥੇ। ਮੈਂ ਉਹਨਾਂ ਨਾਲ ਕੁਝ ਹੋਰ ਗੱਲਾਂ ਕੀਤੀਆਂ ਤੇ ਫਿਰ ਇੱਥੋਂ ਘਰ ਆ ਗਈ। ਘਰੇ ਆਈ ਤਾਂ ਮਾਂ ਨੇ ਪੁੱਛਿਆ ਕਿ ਤੈਨੂੰ ਨੌਕਰੀ ਮਿਲੀ ਜਾਂ ਨਹੀਂ। ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ। ਮਾਂ ਨੇ ਕਿਹਾ ਕਿ ਜੇਕਰ ਤੈਨੂੰ ਇਹ ਨੌਕਰੀ ਪਸੰਦ ਆਈ ਹੈ ਤੇ ਪੈਸੇ ਵੀ ਸਹੀ ਮਿਲ ਰਹੇ ਹਨ ਤਾਂ ਤੂੰ ਇਹ ਨੌਕਰੀ ਕਰ ਲੈ। ਤੂੰ ਮੇਰੀ ਫਿਕਰ ਨਾ ਕਰ, ਮੈਂ ਇਕੱਲੀ ਰਹਿ ਲਵਾਂਗੀ। ਮੈਂ ਮਾਂ ਨੂੰ ਕਿਹਾ ਕਿ ਤੁਹਾਡੇ ਲਈ ਖਾਣਾ ਕੌਣ ਬਣਾਵੇਗਾ, ਕਿਉਂਕਿ ਮੈਨੂੰ ਉੱਥੇ 24 ਘੰਟੇ ਰਹਿਣਾ ਹੋਵੇਗਾ। ਮਾਂ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਆਪਣੇ ਲਈ ਖਾਣਾ ਖੁਦ ਬਣਾ ਲਵਾਂਗੀ। ਉਂਝ ਵੀ ਮੈਂ ਸਾਰਾ ਦਿਨ ਵਿਹਲੀ ਹੀ ਤਾਂ ਹੁੰਦੀ ਹਾਂ। ਤੂੰ ਤਾਂ ਮੇਰਾ ਸਿਲਾਈ ਦਾ ਕੰਮ ਵੀ ਛੁਡਵਾ ਦਿੱਤਾ ਹੈ ਕਿ ਮੈਂ ਖੁਦ ਖਾਣਾ ਵੀ ਨਹੀਂ ਬਣਾ ਸਕਦੀ। ਮੈਂ ਕਿਹਾ ਕਿ ਠੀਕ ਹੈ, ਆਪਣਾ ਖਿਆਲ ਰੱਖਣਾ ਤੇ ਦਵਾਈ ਵੀ ਸਮੇਂ ਸਿਰ ਲੈਂਦੇ ਰਹਿਣਾ। ਮੈਂ ਆਪਣੀ ਲੋੜ ਦਾ ਸਮਾਨ ਲਿਆ ਤੇ ਦੂਜੇ ਦਿਨ ਅਨਾਥ ਆਸ਼ਰਮ 'ਚ ਆ ਗਈ। ਪਹਿਲਾਂ ਉੱਥੇ ਮੈਡਮ ਨੂੰ ਮਿਲੀ ਤਾਂ ਉਹਨਾਂ ਮੈਨੂੰ ਕੰਮ ਸਮਝਾਉਣ ਅਤੇ ਮੇਰਾ ਕਮਰਾ ਵੀ ਦਿਖਾ ਦਿੱਤਾ। ਕਮਰੇ 'ਚ ਮੇਰੇ ਨਾਲ 3 ਹੋਰ ਲੜਕੀਆਂ ਵੀ ਰਹਿੰਦੀਆਂ ਸਨ, ਪਰ ਉਸ ਸਮੇਂ ਕਮਰੇ 'ਚ ਕੋਈ ਨਹੀਂ ਸੀ। ਮੇਰਾ ਥੋੜਾ ਸਮਾਂ ਆਰਾਮ ਕੀਤਾ ਤੇ ਫਿਰ ਮੈਂ ਬਾਹਰ ਆ ਗਈ। ਬਾਹਰ ਮੈਨੂੰ ਉਹ ਲੜਕੀਆਂ ਮਿਲੀਆਂ ਜੋ ਇੱਥੇ ਕੰਮ ਕਰਦੀਆਂ ਸਨ। ਉਹਨਾਂ 'ਚੋਂ ਇੱਕ ਦਾ ਨਾਮ ਰੀਮਾ ਤੇ ਦੂਜੀ ਦਾ ਨਾਮ ਰਵੀਨਾ ਸੀ।
ਪਹਿਲਾਂ ਮੈਂ ਉਹਨਾਂ ਨੂੰ ਮਿਲੀ ਤੇ ਆਪਣੇ ਬਾਰੇ ਦੱਸਿਆ ਤੇ ਉਹਨਾਂ ਨੇ ਆਪਣੇ ਬਾਰੇ। ਦੁਪਹਿਰੇ ਸਮੇਂ ਬੱਚਿਆਂ ਦੇ ਖਾਣੇ ਦਾ ਸਮਾਂ ਹੋ ਗਿਆ ਤਾਂ ਅਸੀਂ ਬੱਚਿਆਂ ਨੂੰ ਇੱਕ ਕਮਰੇ 'ਚ ਖਾਣੇ ਲਈ ਲੈ ਗਏ। ਉੱਥੇ ਇੱਕ ਆਂਟੀ ਖਾਣਾ ਬਣਾਉਣ ਆਉਂਦੀ ਸੀ ਜੋ ਖਾਣਾ ਬਣਾ ਕੇ ਚਲੀ ਜਾਂਦੀ ਸੀ। ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਰੀਮਾ ਤੇ ਰਵੀਨਾ ਦੀ ਤੇ ਮੈਂ ਬੱਚਿਆਂ ਦੇ ਖਾਣ ਪੀਣ ਦਾ ਖਿਆਲ ਰੱਖਦੀ ਸੀ। ਮੇਰਾ ਇੱਥੇ ਚੰਗਾ ਸਮਾਂ ਲੰਘ ਰਿਹਾ ਸੀ। ਇੱਥੇ ਰਹਿ ਕੇ ਮੈਂ ਇੱਕ ਗੱਲ ਨੋਟ ਕੀਤੀ ਕਿ ਇੱਥੇ ਰੋਜ਼ਾਨਾ ਕੋਈ ਨਾ ਕੋਈ ਬੱਚਾ ਗੋਦ ਲਿਆ ਜਾਂਦਾ ਸੀ। ਰੋਜ਼ਾਨਾ ਕੋਈ ਨਾ ਕੋਈ ਪਰਿਵਾਰ ਕਿਸੇ ਬੱਚੇ ਨੂੰ ਲੈਣ ਆਉਂਦਾ ਸੀ ਤੇ ਮੈਡਮ ਉਹਨਾਂ ਨੂੰ ਬੱਚਾ ਦੇ ਵੀ ਦਿੰਦੀ ਸੀ। ਇੱਥੇ ਸਿਰਫ ਬੱਚੇ ਗੋਦ ਹੀ ਨਹੀਂ ਲੈ ਜਾਂਦੇ ਸਨ, ਸਗੋਂ ਇੱਥੇ ਬੱਚੇ ਆਉਂਦੇ ਵੀ ਸਨ। ਕੁਝ ਲੋਕ ਸਨ ਜੋ ਅਨਾਥ ਬੱਚਿਆਂ ਨੂੰ ਇੱਥੇ ਲੈ ਕੇ ਵੀ ਆਉਂਦੇ ਸਨ ਤਾਂ ਕਿ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਆਂਟੀ ਬੱਚਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖਦੀ ਸੀ। ਉਹਨਾਂ ਕਰਕੇ ਹੀ ਬੱਚਿਆਂ ਨੂੰ ਰਹਿਣ ਲਈ ਛੱਤ ਮਿਲ ਰਹੀ ਸੀ ਤੇ ਉੱਥੇ ਮੈਡਮ ਬੱਚਿਆਂ ਨੂੰ ਹਰ ਚੀਜ਼ ਦੀ ਸਹੂਲਤ ਦਿੰਦੀ ਸੀ। ਮੈਡਮ ਬਹੁਤ ਚੰਗੀ ਸੀ। ਉਹਨਾਂ ਦਿਨਾਂ 'ਚ ਹੀ ਇੱਕ 13-14 ਸਾਲ ਦੀ ਲੜਕੀ ਜਿਸ ਦਾ ਇੱਕ ਹੱਥ ਖਰਾਬ ਸੀ ਉੱਥੇ ਆਈ ਸੀ। ਉਹ ਬਹੁਤ ਡਰੀ ਰਹਿੰਦੀ ਸੀ, ਕਿਸੇ ਨਾਲ ਗੱਲ ਨਹੀਂ ਕਰਦੀ ਸੀ ਤੇ ਖਾਣਾ ਵੀ ਚੰਗੀ ਤਰ੍ਹਾਂ ਨਹੀਂ ਖਾਂਦੀ ਸੀ। ਇੱਕ ਦਿਨ ਮੈਂ ਉਸ ਨੂੰ ਆਪਣੇ ਹੱਥੀਂ ਖਾਣਾ ਖਵਾਇਆ ਤੇ ਉਸ ਤੋਂ ਪੁੱਛਿਆ ਕਿ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ। ਉਹ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਸੀ। ਮੈਂ ਰੋਜ਼ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ। ਹੁਣ ਉਹ ਮੇਰੇ ਨਾਲ ਥੋੜੀ ਗੱਲ ਕਰਨ ਲੱਗੀ ਸੀ। ਹੁਣ ਉਹ ਅਕਸਰ ਮੇਰੇ ਨਾਲ ਹੀ ਰਹਿੰਦੀ ਸੀ ਤੇ ਉਸ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਇੱਕ ਦਿਨ ਉਹ ਲੜਕੀ ਬਹੁਤ ਘਬਰਾਈ ਹੋਈ ਮੇਰੇ ਕੋਲ ਆਈ ਤੇ ਆਖਣ ਲੱਗੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਤੇ ਸੋ ਜਾਇਆ ਕਰੋ, ਮੈਨੂੰ ਸੌਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ। ਮੈਂ ਉਸ ਤੋਂ ਪੁੱਛਿਆ ਕਿ ਤੈਨੂੰ ਆਪਣੀ ਜਗ੍ਹਾ ਤੇ ਕੀ ਪਰੇਸ਼ਾਨੀ ਹੈ ਤਾਂ ਉਸਨੇ ਕੋਈ ਜਵਾਬ ਨਾ ਦਿੱਤਾ। ਮੈਂ ਸੋਚਿਆ ਕਿ ਸ਼ਾਇਦ ਕੋਈ ਬੱਚਾ ਹੋਵੇਗਾ ਜੋ ਉਸ ਨੂੰ ਪਰੇਸ਼ਾਨ ਕਰਦਾ ਹੋਵੇਗਾ, ਇਸ ਲਈ ਮੈਨੂੰ ਆਪਣੀ ਜਗ੍ਹਾ ਬਦਲਣ ਲਈ ਆਖ ਰਹੀ ਹੈ। ਮੈਂ ਰੀਮਾ ਨੂੰ ਆਖ ਕੇ ਉਸ ਦੀ ਜਗ੍ਹਾ ਬਦਲਵਾ ਦਿੱਤੀ ਤੇ ਮੈਂ ਬੱਚਿਆਂ ਨਾਲ ਜਾ ਕੇ ਬੈਠ ਗਈ। ਸਾਡਾ ਕਮਰਾ ਬੱਚਿਆਂ ਦੇ ਕਮਰੇ ਤੋਂ ਦੂਰ ਸੀ। ਉਸ ਅਨਾਥ ਆਸ਼ਰਮ 'ਚ 40-50 ਦੇ ਕਰੀਬ ਬੱਚੇ ਸਨ। ਲੜਕੀਆਂ ਦਾ ਕਮਰਾ ਵੱਖਰਾ ਸੀ ਤੇ ਲੜਕਿਆਂ ਦਾ ਕਮਰਾ ਵੱਖਰਾ ਸੀ। ਅਸੀਂ ਰਾਤ ਦਾ ਖਾਣਾ ਖਾਧਾ ਤੇ ਆਪਣੇ ਕਮਰੇ ਜਾ ਕੇ ਸੋ ਗਏ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਰੋਜ਼ਾਨਾ ਵਾਂਗ ਆਪਣੇ ਕੰਮਾਂ 'ਚ ਲੱਗ ਗਈ। ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੋਇਆ ਤਾਂ ਮੈਂ ਪਿੰਕੀ ਕੋਲ ਗਈ ਤੇ ਉਸ ਤੋਂ ਪੁੱਛਿਆ ਕਿ ਹੁਣ ਤਾਂ ਤੈਨੂੰ ਚੰਗੀ ਤਰ੍ਹਾਂ ਨੀਂਦ ਆਈ ਹੋਵੇਗੀ, ਹੁਣ ਤਾਂ ਮੈਂ ਤੇਰੀ ਜਗ੍ਹਾ ਵੀ ਬਦਲਵਾ ਦਿੱਤੀ ਹੈ। ਪਰ ਉਹ ਬਾਕੀ ਦਿਨਾਂ ਵਾਂਗ ਅੱਜ ਵੀ ਉਦਾਸ ਸੀ। ਉਸਨੇ ਮੈਨੂੰ ਫਿਰ ਉਹੀ ਗੱਲ ਆਖੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਤੇ ਪੈ ਜਾਇਆ ਕਰੋ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਉਸ ਤੋਂ ਪੁੱਛਿਆ ਕਿ ਹੁਣ ਕਿਹੜਾ ਦਰਦ, ਕਿ ਅਜੇ ਵੀ ਤੈਨੂੰ ਕਿਸੇ ਬੱਚੇ ਨੇ ਪਰੇਸ਼ਾਨ ਕੀਤਾ। ਐਨੇ 'ਚ ਮੈਡਮ ਮੇਰੇ ਕੋਲ ਆ ਗਈ। ਉਸਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਚਲੀ ਗਈ। ਹੁਣ ਜਦੋਂ ਵੀ ਪਿੰਕੀ ਮੈਨੂੰ ਮਿਲਦੀ ਤਾਂ ਮੈਨੂੰ ਇਹੀ ਗੱਲ ਆਖਦੀ, ਪਰ ਮੈਂ ਉਸਦੀ ਗੱਲ ਟਾਲ ਦਿੰਦੀ। ਮੈਨੂੰ ਲੱਗਿਆ ਕਿ ਸ਼ਾਇਦ ਉਹ ਇੱਥੇ ਰਹਿਣਾ ਨਹੀਂ ਚਾਹੁੰਦੀ, ਇਸ ਲਈ ਉਹ ਮੈਨੂੰ ਇਹ ਗੱਲ ਆਖਦੀ ਹੈ। ਪਰ ਮੈਂ ਇਹ ਵੀ ਸੋਚਦੀ ਸੀ ਕਿ ਉਸ ਨੂੰ ਇੱਥੇ ਕੀ ਪਰੇਸ਼ਾਨੀ ਹੋ ਸਕਦੀ ਹੈ। ਇੱਥੇ ਤਾਂ ਸਾਰੇ ਬੱਚੇ ਬਹੁਤ ਖੁਸ਼ ਰਹਿੰਦੇ ਹਨ। ਫਿਰ ਮੈਂ ਸੋਚਿਆ ਕਿ ਕਿਉਂ ਨਾ ਅੱਜ ਮੈਂ ਪਿੰਕੀ ਦੇ ਬਿਸਤਰ ਤੇ ਸੋ ਕੇ ਦੇਖਾਂ, ਸਭ ਪਤਾ ਲੱਗ ਜਾਵੇਗਾ ਕਿ ਉਹ ਝੂਠ ਬੋਲਦੀ ਹੈ ਜਾਂ ਸੱਚ। ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਪਿੰਕੀ ਕੋਲ ਗਈ ਤੇ ਪਿੰਕੀ ਨੂੰ ਆਪਣੇ ਕਮਰੇ 'ਚ ਆਪਣੇ ਬੈੱਡ ਤੇ ਪਾ ਕੇ ਖੁਦ ਉਸ ਦੀ ਜਗ੍ਹਾ ਤੇ ਪੈ ਗਈ। ਥੋੜੀ ਦੇਰ ਬਾਅਦ ਹੀ ਮੈਨੂੰ ਨੀਂਦ ਆ ਗਈ। ਅਜੇ ਮੈਨੂੰ ਸੁੱਤੇ ਕੁਝ ਹੀ ਸਮਾਂ ਹੋਇਆ ਸੀ ਕਿ ਮੈਨੂੰ ਲੱਗਿਆ ਕਿ ਜਿਵੇਂ ਕਿਸੇ ਨੇ ਮੇਰੇ ਪੈਰਾਂ ਨੂੰ ਹੱਥ ਲਾਇਆ ਹੋਵੇ। ਮੈਂ ਆਪਣੇ ਪੈਰ ਚਾਦਰ ਦੇ ਅੰਦਰ ਕਰ ਲਏ। ਫਿਰ ਅਚਾਨਕ ਮੇਰੇ ਕੁਝ ਚੁਭਿਆ। ਮੈਂ ਚਾਦਰ ਹਟਾ ਕੇ ਦੇਖਿਆ ਤਾਂ ਮੈਨੂੰ ਉੱਥੇ ਕੁਝ ਲੋਕ ਨਜ਼ਰ ਆਏ ਜੋ ਆਪਸ 'ਚ ਕੁਝ ਗੱਲਾਂ ਕਰ ਰਹੇ ਸਨ, ਪਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਦੇਖ ਸਕੀ। ਉਸ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਮੈਂ ਆਪਣੀ ਜਗ੍ਹਾ ਤੇ ਹੀ ਸੁੱਤੀ ਹੋਈ ਸੀ। ਮੇਰੇ ਸਿਰ 'ਚ ਹਲਕਾ ਜਿਹਾ ਦਰਦ ਸੀ, ਅੱਖਾਂ ਲਾਲ ਹੋ ਰਹੀਆਂ ਸਨ। ਮੈਨੂੰ ਆਪਣੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ। ਮੈਂ ਉੱਠ ਕੇ ਮੂੰਹ ਹੱਥ ਧੋਤਾ ਤੇ ਨਾਸ਼ਤਾ ਕੀਤਾ, ਦਵਾਈ ਲਈ ਤੇ ਰੋਜ਼ਾਨਾ ਵਾਂਗ ਆਪਣੇ ਕੰਮਾਂ 'ਚ ਲੱਗ ਗਈ। ਮੈਨੂੰ ਰਾਤ ਬਾਰੇ ਕੁਝ ਵੀ ਯਾਦ ਨਹੀਂ ਸੀ। ਦੁਪਹਿਰ ਦੇ ਸਮੇਂ ਪਿੰਕੀ ਮੇਰੇ ਕੋਲ ਆਈ ਤੇ ਮੇਰੇ ਤੋਂ ਪੁੱਛਣ ਲੱਗੀ ਕਿ ਦੀਦੀ ਤੁਹਾਨੂੰ ਵੀ ਦਰਦ ਹੋਇਆ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਕੋਈ ਦਰਦ ਨਹੀਂ ਹੋਇਆ, ਤੂੰ ਸਿਰਫ ਬਹਾਨੇ ਬਣਾਉਂਦੀ ਹੈ। ਅੱਜ ਤੋਂ ਆਪਣੀ ਜਗ੍ਹਾ ਤੇ ਸੋਵੀਂ ਤੇ ਅੱਜ ਤੋਂ ਬਾਅਦ ਮੇਰੇ ਕੋਲ ਕੋਈ ਅਜਿਹੀ ਗੱਲ ਵੀ ਨਾ ਕਰੀ। ਉਹ ਛੋਟਾ ਜਿਹਾ ਮੂੰਹ ਬਣਾ ਕੇ ਕਮਰੇ 'ਚੋਂ ਚਲੀ ਗਈ। ਮੈਂ ਸੋਚਣ ਲੱਗੀ ਕਿ ਆਖਰ ਮੇਰੇ ਨਾਲ ਰਾਤ ਕੀ ਹੋਇਆ ਤੇ ਮੈਨੂੰ ਕੁਝ ਯਾਦ ਕਿਉਂ ਨਹੀਂ ਆ ਰਿਹਾ। ਅਗਲੇ ਦਿਨ ਐਤਵਾਰ ਸੀ ਤਾਂ ਮੈਂ ਆਪਣੇ ਘਰ ਚਲੀ ਗਈ। ਘਰ ਜਾ ਕੇ ਮਾਂ ਨੂੰ ਮਿਲੀ ਤਾਂ ਮਾਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਮੈਥੋਂ ਮੇਰੇ ਕੰਮ ਬਾਰੇ ਪੁੱਛਣ ਲੱਗੀ। ਮੈਂ ਮਾਂ ਨੂੰ ਸਾਰਾ ਕੁਝ ਦੱਸਿਆ ਤੇ ਖਰਚੇ ਦੇ ਪੈਸੇ ਮਾਂ ਦੇ ਹੱਥ ਤੇ ਰੱਖ ਦਿੱਤੀ।
ਮੇਰੀ ਮਾਂ ਬਹੁਤ ਖੁਸ਼ ਹੋਈ ਤੇ ਮੈਨੂੰ ਅਸ਼ੀਸ਼ਾਂ ਦੇਣ ਲੱਗੀ। ਅਗਲੇ ਦਿਨ ਮੈਂ ਅਨਾਥ ਆਸ਼ਰਮ ਵਾਪਸ ਆ ਗਈ ਤੇ ਆਪਣੇ ਕੰਮ 'ਚ ਲੱਗ ਗਈ। ਸ਼ਾਮ ਨੂੰ ਖਾਣਾ ਖਾਣ ਲਈ ਜਦੋਂ ਅਸੀਂ ਗਏ ਤਾਂ ਮੈਂ ਰਵੀਨਾ ਤੋਂ ਪਿੰਕੀ ਬਾਰੇ ਪੁੱਛਿਆ। ਰਵੀਨਾ ਨੇ ਮੈਨੂੰ ਦੱਸਿਆ ਕਿ ਤੈਨੂੰ ਨਹੀਂ ਪਤਾ, ਉਸ ਨੂੰ ਤਾਂ ਇੱਕ ਆਦਮੀ ਨੇ ਗੋਦ ਲੈ ਲਿਆ ਤੇ ਉਹ ਕੱਲ ਹੀ ਉਸ ਨੂੰ ਲੈ ਕੇ ਚਲਾ ਗਿਆ ਸੀ। ਮੈਂ ਇਹ ਸੁਣ ਕੇ ਬਹੁਤ ਉਦਾਸ ਹੋਈ ਕਿਉਂਕਿ ਮੈਂ ਪਿੰਕੀ ਦੇ ਬਹੁਤ ਨੇੜੇ ਹੋ ਗਈ ਸੀ, ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਪਿੰਕੀ ਨੂੰ ਮਾਤਾ ਪਿਤਾ ਮਿਲ ਗਏ ਹੋਣਗੇ ਤੇ ਉਹ ਉੱਥੇ ਇੱਕ ਚੰਗੀ ਜ਼ਿੰਦਗੀ ਬਤੀਤ ਕਰੇਗੀ। ਉਹਨੂੰ ਪੜ੍ਹ ਲਿਖ ਕੇ ਆਪਣੇ ਜੀਵਨ 'ਚ ਕੁਝ ਬਣ ਸਕੇਗੀ। ਮੈਨੂੰ ਪਿੰਕੀ ਦੀ ਬਹੁਤ ਯਾਦ ਆਉਂਦੀ ਸੀ, ਪਰ ਮੈਂ ਹੋਰ ਬੱਚਿਆਂ 'ਚ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਸੀ। ਇੱਥੇ ਮੈਨੂੰ ਇੱਕ ਗੱਲ ਬਹੁਤ ਹੈਰਾਨ ਕਰਦੀ ਸੀ ਕਿ ਇੱਥੇ ਰੋਜ਼ਾਨਾ ਬਹੁਤ ਬੱਚੇ ਆਉਂਦੇ ਸਨ ਤੇ ਰੋਜ਼ਾਨਾ ਹੀ ਬਹੁਤ ਸਾਰੇ ਬੱਚੇ ਗੋਦ ਵੀ ਲਏ ਜਾਂਦੇ ਸਨ। ਨਹੀਂ ਤਾਂ ਕਿ ਲੋਕ ਅਨਾਥ ਬੱਚਿਆਂ ਨੂੰ ਗੋਦ ਲੈਣਾ ਹੀ ਨਹੀਂ ਚਾਹੁੰਦੇ ਤੇ ਜੇਕਰ ਲੈ ਕੇ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਨੌਕਰ ਬਣਾ ਕੇ ਰੱਖਦੇ ਹਨ। ਪਰ ਇੱਥੇ ਤਾਂ ਰੋਜ਼ਾਨਾ ਬਹੁਤ ਬੱਚੇ ਗੋਦ ਲਏ ਜਾਂਦੇ ਸਨ ਤੇ ਹਰ ਆਦਮੀ ਬੱਚੇ ਨੂੰ ਆਪਣੀ ਔਲਾਦ ਬਣਾ ਕੇ ਹੀ ਲੈ ਕੇ ਜਾਂਦਾ ਸੀ। ਮੈਨੂੰ ਇਹ ਗੱਲ ਬਹੁਤ ਪਰੇਸ਼ਾਨ ਕਰ ਰਹੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਮਾਮਲਾ ਕੀ ਹੈ, ਪਰ ਇੱਥੇ ਕਿਸੇ ਤੋਂ ਪੁੱਛ ਵੀ ਤਾਂ ਨਹੀਂ ਸਕਦੀ ਸੀ। ਜੇਕਰ ਮੈਂ ਜ਼ਿਆਦਾ ਛਾਣਬੀਨ ਕਰਦੀ ਤਾਂ ਮੇਰੀ ਨੌਕਰੀ ਖਤਰੇ 'ਚ ਆ ਸਕਦੀ ਸੀ ਤੇ ਮੈਨੂੰ ਇਸ ਨੌਕਰੀ ਦੀ ਬਹੁਤ ਜ਼ਿਆਦਾ ਲੋੜ ਸੀ। ਜੇਕਰ ਮੇਰੀ ਇਹ ਨੌਕਰੀ ਛੁੱਟ ਜਾਂਦੀ ਤਾਂ ਪਤਾ ਨਹੀਂ ਕਿਤੇ ਹੋਰ ਨੌਕਰੀ ਮਿਲਦੀ ਵੀ ਜਾਂ ਨਹੀਂ। ਇੱਕ ਦਿਨ ਮੈਂ ਰਵੀਨਾ ਤੋਂ ਪੁੱਛ ਹੀ ਲਿਆ ਕਿ ਇੱਥੇ ਐਨੇ ਸਾਰੇ ਬੱਚੇ ਕਿਵੇਂ ਗੋਦ ਲਏ ਜਾਂਦੇ ਹਨ, ਨਹੀਂ ਤਾਂ ਲੋਕ ਤਾਂ ਅਨਾਥ ਬੱਚਿਆਂ ਨੂੰ ਲੈਣਾ ਹੀ ਨਹੀਂ ਚਾਹੁੰਦੇ। ਰਵੀਨਾ ਨੇ ਕਿਹਾ ਕਿ ਇੱਥੇ ਦੀ ਮੈਡਮ ਬਹੁਤ ਚੰਗੀ ਹੈ, ਉਹ ਬਹੁਤ ਲੋਕਾਂ ਨੂੰ ਜਾਣਦੀ ਹੈ, ਜਿਸ ਕਰਕੇ ਇੱਥੇ ਜ਼ਿਆਦਾ ਬੱਚੇ ਗੋਦ ਲਏ ਜਾਂਦੇ ਹਨ। ਉਂਝ ਵੀ ਦੁਨੀਆ 'ਚ ਬੁਰੇ ਲੋਕ ਦੇ ਨਾਲ-ਨਾਲ ਚੰਗੇ ਲੋਕ ਵੀ ਹੁੰਦੇ ਹਨ। ਹੋ ਸਕਦਾ ਹੈ ਕਿ ਭਗਵਾਨ ਉਹਨਾਂ ਦੇ ਦਿਲ 'ਚ ਇਹਨਾਂ ਅਨਾਥ ਬੱਚਿਆਂ ਲਈ ਦਇਆ ਪਾ ਦਿੰਦਾ ਹੋਵੇ। ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਇੱਕ ਦਿਨ ਇੱਕ ਬੱਚੀ ਮੇਰੇ ਕੋਲ ਆਈ ਜੋ ਲਗਭਗ 12 ਸਾਲ ਦੀ ਹੋਵੇਗੀ। ਉਹ ਵੀ ਮੈਨੂੰ ਆ ਕੇ ਆਖਣ ਲੱਗੀ ਕਿ ਦੀਦੀ ਮੈਂ ਆਪਣੇ ਬਿਸਤਰੇ ਤੇ ਨਹੀਂ ਸੌਣਾ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿਉਂਕਿ ਇਹੀ ਗੱਲ ਮੈਨੂੰ ਪਿੰਕੀ ਵੀ ਆਖਿਆ ਕਰਦੀ ਸੀ। ਮੈਂ ਉਸ ਤੋਂ ਪੁੱਛਿਆ ਕਿ ਬੇਟਾ ਕਿਹੋ ਜਿਹਾ ਦਰਦ ਹੁੰਦਾ ਹੈ, ਕਿ ਕੋਈ ਬੱਚਾ ਪਰੇਸ਼ਾਨ ਕਰਦਾ ਹੈ, ਕਿ ਤੈਨੂੰ ਬਿਸਤਰ 'ਚ ਕੁਝ ਚੁਭਦਾ ਹੈ। ਮੇਰੀ ਗੱਲ ਸੁਣ ਉਹ ਬੱਚੀ ਰੋਣ ਲੱਗੀ ਤੇ ਰੋਂਦੇ ਰੋਂਦੇ ਦੱਸਿਆ ਕਿ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਨੇ ਉਸ ਦੇ ਇੰਜੈਕਸ਼ਨ ਲਾਇਆ ਹੋਵੇ। ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਰਹਿੰਦਾ। ਜਦੋਂ ਉਹ ਸਵੇਰੇ ਉੱਠਦੀ ਹੈ ਤਾਂ ਪੂਰੇ ਸਰੀਰ 'ਚ ਦਰਦ ਹੁੰਦਾ ਹੈ। ਮੇਰੇ ਦਿਮਾਗ 'ਚ ਅਜਿਹੀ ਗੱਲ ਆਈ ਜੋ ਮੈਂ ਸੋਚ ਵੀ ਨਹੀਂ ਸਕਦੀ ਸੀ। ਮੈਂ ਖੁਦ ਨੂੰ ਹੀ ਸਵਾਲ ਕਰਕੇ ਖੁਦ ਹੀ ਜਵਾਬ ਦਿੱਤਾ ਕਿ ਨਹੀਂ, ਅਜਿਹਾ ਨਹੀਂ ਹੋ ਸਕਦਾ। ਇੱਥੇ ਅਜਿਹਾ ਕੌਣ ਕਰ ਸਕਦਾ ਹੈ? ਇੱਥੇ ਤਾਂ ਬੱਚਿਆਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾਂਦਾ ਹੈ, ਫਿਰ ਅਜਿਹੀ ਦਰਿੰਦਗੀ ਇਹਨਾਂ ਨਾਲ ਕੌਣ ਕਰ ਸਕਦਾ ਹੈ? ਮੈਂ ਉਸ ਬੱਚੀ ਨੂੰ ਆਪਣੇ ਕਮਰੇ 'ਚ ਲੈ ਗਈ ਤੇ ਦਰਵਾਜ਼ਾ ਬੰਦ ਕਰਕੇ ਉਸ ਦੇ ਕੱਪੜੇ ਉਤਾਰ ਕੇ ਦੇਖਿਆ ਤਾਂ ਉਸ ਦੇ ਸਰੀਰ ਤੇ ਕੁਝ ਨਿਸ਼ਾਨ ਸਨ। ਮੈਂ ਸਮਝ ਗਈ ਕਿ ਇਸ ਨਾਲ ਕੁਝ ਗਲਤ ਹੋਇਆ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਰਾਤ ਨੂੰ ਤੇਰੇ ਨਾਲ ਹੀ ਸੌਵਾਂਗੀ ਤੇ ਤੂੰ ਇਹ ਗੱਲ ਅਜੇ ਕਿਸੇ ਨੂੰ ਨਾ ਦੱਸੀ। ਉਸ ਬੱਚੀ ਦੀ ਇਹ ਹਾਲਤ ਦੇਖ ਕੇ ਮੈਂ ਰੋ ਪਈ, ਪਰ ਮੈਂ ਖੁਦ ਨੂੰ ਸ਼ਾਂਤ ਕੀਤਾ ਤੇ ਮਨ ਹੀ ਮਨ ਸੋਚ ਲਿਆ ਕਿ ਇਸ ਨਾਲ ਜੋ ਕੁਝ ਵੀ ਹੋਇਆ ਹੈ ਉਸ ਮੈਂ ਪਤਾ ਲਗਾ ਕੇ ਰਹਾਂਗੀ। ਇਸ ਨਾਲ ਜੇਕਰ ਕਿਸੇ ਨੇ ਗਲਤ ਕੀਤਾ ਹੈ ਤਾਂ ਮੈਂ ਉਸ ਨੂੰ ਛੱਡਾਂਗੀ ਨਹੀਂ। ਜਦੋਂ ਰਾਤ ਹੋਈ ਤਾਂ ਮੈਂ ਬੱਚਿਆਂ ਦੇ ਕਮਰੇ 'ਚ ਜਾ ਕੇ ਉਸ ਲੜਕੀ ਤੋਂ ਥੋੜੀ ਦੂਰ ਜਾ ਕੇ ਪੈ ਗਈ। ਮੈਂ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ ਸੀ। ਮੈਂ ਆਪਣੇ ਤੇ ਚਾਦਰ ਪਾ ਲਈ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਅੱਧੀ ਰਾਤ ਹੋਣ ਵਾਲੀ ਸੀ ਕਿ ਰਾਤ ਦੇ 2 ਵਜੇ ਦਾ ਸਮਾਂ ਸੀ ਕਿ ਮੈਨੂੰ ਕਿਸੇ ਦੇ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ। ਜਦੋਂ ਮੈਂ ਚਾਦਰ 'ਚੋਂ ਥੋੜਾ ਜਿਹਾ ਦੇਖਿਆ ਤਾਂ ਉੱਥੇ 2 ਆਦਮੀ ਉਸ ਬੱਚੀ ਦੀ ਵੱਲ ਜਾ ਰਹੇ ਸਨ। ਉਹ ਦੋਵੇਂ ਬੱਚੀ ਕੋਲ ਗਏ, ਉਸ ਦਾ ਮੂੰਹ ਬੰਦ ਕੀਤਾ ਤੇ ਉਸ ਦੇ ਇੰਜੈਕਸ਼ਨ ਲਾ ਦਿੱਤਾ। ਕੁਝ ਦੇਰ ਬਾਅਦ ਉਸ ਨੂੰ ਗੋਦ 'ਚ ਉਠਾ ਕੇ ਕਮਰੇ 'ਚੋਂ ਬਾਹਰ ਚਲੇ ਗਏ। ਇਹ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ ਤੇ ਮੈਂ ਤੁਰੰਤ ਉੱਠੀ ਤੇ ਉਹਨਾਂ ਦੋਵਾਂ ਆਦਮੀਆਂ ਦਾ ਪਿੱਛਾ ਕਰਨ ਲੱਗੀ। ਉਹ ਦੋਵੇਂ ਆਦਮੀ ਉਹੀ ਸਨ ਜੋ ਇੱਥੇ ਅਨਾਥ ਬੱਚਿਆਂ ਨੂੰ ਲੈ ਕੇ ਆਉਂਦੇ ਸਨ। ਮੈਂ ਸੋਚਿਆ ਕਿ ਮੈਂ ਇਹ ਗੱਲ ਮੈਡਮ ਨੂੰ ਦੱਸਦੀ ਹਾਂ, ਪਰ ਮੈਂ ਜਦੋਂ ਤੱਕ ਮੈਡਮ ਨੂੰ ਜਗਾਉਂਦੀ ਤੇ ਸਭ ਕੁਝ ਦੱਸਦੀ ਉਦੋਂ ਤੱਕ ਉਹ ਲੋਕ ਚਲੇ ਜਾਂਦੇ। ਇਸ ਲਈ ਮੈਂ ਉਹਨਾਂ ਦਾ ਪਿੱਛਾ ਕਰਨਾ ਸਹੀ ਸਮਝਿਆ। ਜਦੋਂ ਮੈਂ ਉਹਨਾਂ ਦਾ ਪਿੱਛਾ ਕਰਦੇ ਕਰਦੇ ਬਾਹਰ ਗਈ ਤਾਂ ਮੈਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਹ ਵਾਚਮੈਨ ਨਾਲ ਗੱਲ ਕਰ ਰਹੇ ਸਨ ਤੇ ਵਾਚਮੈਨ ਨੇ ਬਾਹਰ ਜਾਣ ਲਈ ਗੇਟ ਵੀ ਖੋਲ੍ਹ ਦਿੱਤਾ। ਉਦੋਂ ਮੈਂ ਸਮਝ ਗਈ ਕਿ ਉਹ ਵਾਚਮੈਨ ਤੇ ਮੈਡਮ ਇਹਨਾਂ ਸਾਰਿਆਂ ਨਾਲ ਮਿਲੇ ਹੋਏ ਹਨ।
ਉਹਨਾਂ ਦੇ ਜਾਣ ਤੋਂ ਬਾਅਦ ਹੀ ਵਾਚਮੈਨ ਨੇ ਗੇਟ ਬੰਦ ਕਰ ਦਿੱਤਾ। ਮੈਂ ਦੂਜੇ ਗੇਟ ਰਾਹੀਂ ਬਾਹਰ ਗਈ ਤਾਂ ਸਾਹਮਣੇ ਹੀ ਮੈਨੂੰ ਉਹ ਦੋਵੇਂ ਆਦਮੀ ਦਿਖਾਈ ਦਿੱਤੇ। ਮੈਂ ਉਹਨਾਂ ਦਾ ਪਿੱਛਾ ਕਰਨ ਲੱਗੀ। ਉਹ ਅਨਾਥ ਆਸ਼ਰਮ ਤੋਂ ਥੋੜਾ ਅੱਗੇ ਚੱਲ ਕੇ ਇੱਕ ਘਰ ਸੀ ਜਿੱਥੇ ਕੋਈ ਨਹੀਂ ਰਹਿੰਦਾ ਸੀ। ਉਹ ਉਸ ਘਰ 'ਚ ਚਲੇ ਗਏ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੈਂ ਘਰ ਦੇ ਚਾਰੇ ਪਾਸੇ ਦੇਖਿਆ ਕਿ ਸ਼ਾਇਦ ਕੋਈ ਦਰਵਾਜ਼ਾ ਮੈਨੂੰ ਮਿਲ ਜਾਵੇ ਅੰਦਰ ਜਾਣ ਲਈ। ਉਦੋਂ ਹੀ ਮੈਨੂੰ ਇੱਕ ਦਰਵਾਜ਼ਾ ਦਿਸਿਆ ਜੋ ਕਿ ਟੁੱਟਿਆ ਹੋਇਆ ਸੀ। ਮੈਂ ਉਸ ਨੂੰ ਕੁੱਦ ਕੇ ਅੰਦਰ ਚਲੀ ਗਈ। ਪੂਰੇ ਘਰ 'ਚ ਹਨੇਰਾ ਸੀ। ਅੰਦਰ ਜਾ ਕੇ ਮੈਂ ਦੇਖਿਆ ਕਿ ਇੱਕ ਕਮਰੇ ਦੀ ਲਾਈਟ ਜਗ ਰਹੀ ਹੈ। ਮੈਂ ਉਸ ਕਮਰੇ ਵੱਲ ਗਈ ਤਾਂ ਉਸ ਦਾ ਦਰਵਾਜ਼ਾ ਹੀ ਅੰਦਰੋਂ ਬੰਦ ਸੀ। ਮੈਂ ਖਿੜਕੀ 'ਚੋਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉੱਥੇ ਦੋ ਆਦਮੀ ਸਨ। ਇੱਕ ਆਦਮੀ ਖੜਾ ਸੀ ਤੇ ਦੂਜਾ ਬੱਚੀ ਨਾਲ ਗਲਤ ਕੰਮ ਕਰ ਰਿਹਾ ਸੀ। ਇਹ ਦੇਖਦੇ ਹੀ ਮੇਰੀ ਚੀਕ ਨਿਕਲ ਗਈ। ਮੈਂ ਬਿਨਾਂ ਕੁਝ ਸੋਚੇ ਸਮਝੇ ਖਿੜਕੀ 'ਚੋਂ ਆਵਾਜ਼ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਛੱਡ ਦਿਓ ਬੱਚੀ ਨੂੰ, ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗੀ। ਉਹਨਾਂ 'ਚੋਂ ਇੱਕ ਆਦਮੀ ਮੇਰੇ ਕੋਲ ਆਇਆ ਤੇ ਮੇਰੇ ਸਿਰ ਤੇ ਕੁਝ ਮਾਰਿਆ ਜਿਸ ਨਾਲ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੈਂ ਇੱਕ ਹਨੇਰੇ ਕਮਰੇ 'ਚ ਬੰਦ ਸੀ। ਮੈਨੂੰ ਬੇਹੋਸ਼ ਹੋਣ ਤੋਂ ਪਹਿਲਾਂ ਦਾ ਸਭ ਕੁਝ ਯਾਦ ਆ ਗਿਆ ਤੇ ਮੈਂ ਉਸ ਬੱਚੀ ਬਾਰੇ ਸੋਚਣ ਲੱਗੀ। ਪਤਾ ਨਹੀਂ ਇਹਨਾਂ ਨੇ ਉਸ ਬੱਚੀ ਨਾਲ ਕੀ ਕੀਤਾ ਹੋਵੇਗਾ। ਮੇਰੇ ਹੱਥ ਪੈਰ ਬੰਨੇ ਹੋਏ ਸਨ ਜੋ ਮੈਂ ਖੋਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਕੋਸ਼ਿਸ਼ ਬੇਕਾਰ ਗਈ। ਥੋੜੀ ਦੇਰ ਬਾਅਦ ਇੱਕ ਆਦਮੀ ਅੰਦਰ ਆਇਆ ਜੋ ਮੇਰੇ ਲਈ ਖਾਣਾ ਲੈ ਕੇ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਛੱਡ ਦਿਓ, ਮੈਂ ਕਿਸੇ ਨੂੰ ਨਹੀਂ ਦੱਸਾਂਗੀ। ਉਹ ਹੱਸਣ ਲੱਗਿਆ ਤੇ ਮੈਨੂੰ ਕਿਹਾ ਕਿ ਕਿਉਂ ਨਿਕਲ ਗਈ ਸਾਰੀ ਅਕੜ। ਐਨਾ ਆਖ ਉਹ ਖਾਣੇ ਦੀ ਥਾਲੀ ਰੱਖ ਕੇ ਤੇ ਮੇਰੇ ਹੱਥ ਖੋਲ ਕੇ ਬਾਹਰ ਚਲਾ ਗਿਆ। ਮੈਂ ਖਾਣਾ ਨਾ ਖਾਧਾ ਕਿਉਂਕਿ ਉਸ 'ਚ ਕੁਝ ਮਿਲਾਇਆ ਵੀ ਹੋ ਸਕਦਾ ਸੀ। ਮੈਂ ਉਹਨਾਂ ਦੀ ਸਾਰੀ ਸੱਚਾਈ ਜਾਣ ਗਈ ਸੀ, ਇਸ ਲਈ ਉਹ ਮੇਰੇ ਨਾਲ ਕੁਝ ਨਾ ਕੁਝ ਜ਼ਰੂਰ ਕਰਦੇ। ਅਚਾਨਕ ਮੈਨੂੰ ਪਿੰਕੀ ਦੀ ਯਾਦ ਆਈ। ਹੁਣ ਮੈਨੂੰ ਉਸ ਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਡਮ ਵੀ ਇਹਨਾਂ ਸਾਰਿਆਂ ਨਾਲ ਮਿਲੀ ਹੋਈ ਹੋਵੇਗੀ। ਮੈਂ ਸੋਚਿਆ ਕਿ ਕਿਸੇ ਵੀ ਤਰ੍ਹਾਂ ਮੈਨੂੰ ਇੱਥੋਂ ਨਿਕਲਣਾ ਹੋਵੇਗਾ, ਨਹੀਂ ਤਾਂ ਇਹ ਲੋਕ ਮੈਨੂੰ ਵੀ ਮਾਰ ਦੇਣਗੇ। ਮੈਂ ਦਰਵਾਜ਼ਾ ਖੋਲ੍ਹਣ ਗਈ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ। ਫਿਰ ਮੈਂ ਕਮਰੇ ਦੇ ਚਾਰੇ ਪਾਸੇ ਦੇਖਿਆ ਤਾਂ ਉੱਪਰਲੇ ਪਾਸੇ ਇੱਕ ਖਿੜਕੀ ਸੀ। ਮੈਂ ਸਟੂਲ ਤੇ ਚੜ੍ਹ ਕੇ ਦੇਖਿਆ ਤਾਂ ਬਾਹਰ ਕੋਈ ਵੀ ਨਹੀਂ ਸੀ, ਪਰ ਉਸ ਰਾਹੀਂ ਬਾਹਰ ਨਿਕਲਣਾ ਔਖਾ ਵੀ ਸੀ। ਫਿਰ ਮੈਂ ਹਿੰਮਤ ਕਰਕੇ ਖਿੜਕੀ ਦਾ ਸ਼ੀਸ਼ਾ ਤੋੜਿਆ ਤੇ ਖਿੜਕੀ 'ਚੋਂ ਬਾਹਰ ਵੱਲ ਛਾਲ ਮਾਰ ਦਿੱਤੀ। ਉਚਾਈ ਤੋਂ ਛਾਲ ਮਾਰਨ ਕਰਕੇ ਮੇਰੀ ਲੱਤ ਤੇ ਸੱਟ ਵੱਜੀ ਜਿਸ ਕਰਕੇ ਮੈਨੂੰ ਦਰਦ ਹੋ ਰਿਹਾ ਸੀ, ਪਰ ਮੈਂ ਆਪਣੀ ਪਰਵਾਹ ਕੀਤੇ ਬਿਨਾਂ ਕਿਸੇ ਤਰ੍ਹਾਂ ਉੱਥੋਂ ਬਾਹਰ ਆ ਗਈ। ਪਰਵਾਹ ਕੀਤੇ ਬਿਨਾਂ ਕਿਸੇ ਤਰ੍ਹਾਂ ਉੱਥੋਂ ਬਾਹਰ ਆ ਗਈ। ਉੱਥੇ ਅੱਗੇ ਅਨਾਥ ਆਸ਼ਰਮ ਸੀ। ਗੇਟ ਤੇ ਵਾਚਮੈਨ ਬੈਠਾ ਰਹਿੰਦਾ ਸੀ। ਜੇਕਰ ਉਹ ਮੈਨੂੰ ਦੇਖ ਲੈਂਦਾ ਤਾਂ ਦੁਬਾਰਾ ਮੈਂ ਫੜੀ ਜਾਂਦੀ, ਇਸ ਲਈ ਮੈਂ ਆਪਣਾ ਮੂੰਹ ਚੁੰਨੀ ਨਾਲ ਢੱਕ ਲਿਆ ਤੇ ਉੱਥੋਂ ਨਿਕਲ ਗਈ। ਮੈਂ ਪੁਲਿਸ ਸਟੇਸ਼ਨ ਵੱਲ ਗਈ ਕਿਉਂਕਿ ਮੈਂ ਬੱਚਿਆਂ ਨੂੰ ਇਕੱਲੀ ਨਹੀਂ ਛੁਡਵਾ ਸਕਦੀ ਸੀ। ਉੱਥੇ ਬੱਚਿਆਂ ਨਾਲ ਬਹੁਤ ਗਲਤ ਹੋ ਰਿਹਾ ਹੈ ਤੇ ਇਹ ਸਭ ਪੁਲਿਸ ਨੂੰ ਦੱਸਣਾ ਬਹੁਤ ਜ਼ਰੂਰੀ ਸੀ। ਪੁਲਿਸ ਸਟੇਸ਼ਨ ਪਹੁੰਚ ਕੇ ਮੈਂ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ। ਇੰਸਪੈਕਟਰ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਮੈਂ ਕਿਹਾ ਕਿ ਨਹੀਂ, ਇਸ ਦਾ ਕੋਈ ਸਬੂਤ ਨਹੀਂ ਹੈ। ਉਹਨਾਂ ਕਿਹਾ ਕਿ ਫਿਰ ਅਸੀਂ ਤੁਹਾਡੀ ਗੱਲ ਕਿਵੇਂ ਮੰਨ ਲਈਏ। ਹੋ ਸਕਦਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਉਹਨਾਂ ਨੂੰ ਫਸਾਉਣਾ ਚਾਹੁੰਦੇ ਹੋ। ਮੈਂ ਕਿਹਾ ਕਿ ਇਸ 'ਚ ਮੇਰਾ ਕੀ ਫਾਇਦਾ, ਮੈਂ ਤਾਂ ਸਿਰਫ ਮਾਸੂਮ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹਾਂ। ਮੈਂ ਉਹਨਾਂ ਲੋਕਾਂ ਖਿਲਾਫ ਗਵਾਹੀ ਦੇਣ ਲਈ ਵੀ ਤਿਆਰ ਹਾਂ। ਇੰਸਪੈਕਟਰ ਨੇ ਕਿਹਾ ਕਿ ਸਬੂਤ ਤੋਂ ਬਿਨਾਂ ਅਸੀਂ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਕਿਉਂਕਿ ਸਬੂਤਾਂ ਦੀ ਘਾਟ ਕਰਕੇ ਉਹ ਅਦਾਲਤ 'ਚੋਂ ਬਰੀ ਹੋ ਜਾਣਗੇ। ਇੰਸਪੈਕਟਰ ਨੇ ਮੇਰੀਆਂ ਗੱਲਾਂ ਸੁਣ ਕੇ ਕੁਝ ਦੇਰ ਸੋਚਿਆ ਤੇ ਫਿਰ ਮੇਰੀ FRI ਲਿਖੀ ਤੇ ਮੈਂ ਨੂੰ ਕਿਹਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਆਪਣਾ ਖਿਆਲ ਰੱਖਣਾ। ਮੈਂ ਉੱਥੇ ਆਪਣੇ ਘਰੇ ਗਈ ਤੇ ਆਪਣੀ ਮਾਂ ਨਾਲ ਉੱਥੋਂ ਇੱਕ ਸਹੇਲੀ ਦੇ ਘਰ ਚਲੀ ਗਈ। ਮੇਰੀ ਮਾਂ ਦੇ ਪੁੱਛਣ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਸ਼ਾਬਾਸ਼ੀ ਦੇਣ ਲੱਗੀ ਤੇ ਕਿਹਾ ਕਿ ਤੂੰ ਜੋ ਕੀਤਾ ਸਹੀ ਕੀਤਾ, ਤੂੰ ਉਹਨਾਂ ਨੂੰ ਸਜ਼ਾ ਦਵਾ ਕੇ ਰਹੀ। ਕੁਝ ਦਿਨਾਂ ਬਾਅਦ ਪੁਲਿਸ ਉੱਥੇ ਭੇਸ਼ ਬਦਲ ਕੇ ਗਈ। ਉਹਨਾਂ ਨੇ ਮੈਡਮ ਨਾਲ ਗੱਲ ਕੀਤੀ ਕਿ ਉਹਨਾਂ ਨੂੰ ਇੱਕ ਬੱਚੀ ਚਾਹੀਦੀ ਹੈ ਤੇ ਉਹ ਉਸ ਬੱਚੀ ਨੂੰ ਵਿਦੇਸ਼ ਲਿਜਾ ਕੇ ਵੇਚ ਦੇਣਗੇ, ਇਸ ਲਈ ਉਹ ਮੂੰਹ ਮੰਗੀ ਰਕਮ ਦੇਣ ਨੂੰ ਤਿਆਰ ਸੀ। ਮੈਡਮ ਨੇ ਵੀ ਬੱਚੀ ਦੇਣ ਦੀ ਹਾਮੀ ਭਰ ਦਿੱਤੀ ਤੇ ਗੱਲ ਕਰਦੇ ਕਰਦੇ ਉਹਨਾਂ ਨੂੰ ਇਹ ਵੀ ਆਖ ਦਿੱਤਾ ਕਿ ਤੁਹਾਨੂੰ ਹੋਰ ਬੱਚੇ ਚਾਹੀਦੇ ਹੋਣ ਤਾਂ ਉਹ ਵੀ ਮਿਲ ਜਾਣਗੇ। ਸਾਡੇ ਇੱਥੇ ਅਸੀਂ ਬੱਚਿਆਂ ਤੋਂ ਹਰ ਤਰ੍ਹਾਂ ਦੇ ਕੰਮ ਕਰਵਾ ਲੈਂਦੇ ਹਾਂ,
ਪੁਲਿਸ ਵਾਲਿਆਂ ਨੇ ਸਭ ਕੁਝ ਰਿਕਾਰਡ ਕਰ ਲਿਆ ਤੇ ਉੱਥੋਂ ਆ ਗਈ। ਅਗਲੇ ਦਿਨ ਉਹਨਾਂ ਨੇ ਉੱਥੇ ਛਾਪਾ ਮਾਰਿਆ। ਮੈਡਮ ਵਾਚਮੈਨ ਤੇ ਉਹਨਾਂ 2 ਆਦਮੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਉੱਥੇ ਜੋ ਲੜਕੀਆਂ ਕੰਮ ਕਰਦੀਆਂ ਸਨ ਉਹਨਾਂ ਨੂੰ ਵੀ ਉਹਨਾਂ ਸਾਰੇ ਬਾਰੇ ਕੁਝ ਪਤਾ ਨਹੀਂ ਸੀ। ਮੈਡਮ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੇ ਉਹਨਾਂ ਖਿਲਾਫ ਸਾਰੇ ਸਬੂਤ ਮਿਲ ਗਏ। ਅਦਾਲਤ 'ਚ ਪਤਾ ਲੱਗਿਆ ਕਿ ਮੈਡਮ ਬੱਚਿਆਂ ਦੀਆਂ ਗਲਤ ਵੀਡੀਓ ਬਣਾ ਕੇ ਵਿਦੇਸ਼ਾਂ 'ਚ ਵੇਚ ਦਿੰਦੀ ਸੀ ਤੇ ਕਰੋੜਾਂ ਰੁਪਏ ਕਮਾ ਰਹੀ ਸੀ। ਜੋ ਲੋਕ ਬੱਚਿਆਂ ਨੂੰ ਅਨਾਥ ਆਸ਼ਰਮ 'ਚੋਂ ਗੋਦ ਲੈਣ ਆਉਂਦੇ ਸਨ ਉਹ ਉਹਨਾਂ ਨੂੰ ਗੋਦ ਨਹੀਂ ਲੈਂਦੇ ਸਨ, ਸਗੋਂ ਵੇਚਣ ਲਈ ਲੈ ਕੇ ਜਾਂਦੇ ਸਨ। ਮੈਂ ਉਹਨਾਂ ਦੋਵਾਂ ਆਦਮੀਆਂ ਖਿਲਾਫ ਗਵਾਹੀ ਦਿੱਤੀ ਤੇ ਉਹਨਾਂ ਨੂੰ ਸਜ਼ਾ ਹੋ ਗਈ। ਹੁਣ ਉਸ ਅਨਾਥ ਆਸ਼ਰਮ ਦੀ ਜ਼ਿੰਮੇਵਾਰੀ ਅਦਾਲਤ ਨੇ ਮੈਨੂੰ ਦੇ ਦਿੱਤੀ ਸੀ ਤੇ ਮੈਂ ਉੱਥੇ ਬੱਚਿਆਂ ਦਾ ਚੰਗੀ